हाँ जी भाजी, की नाम है तुहाडा जिन्हां दी मौत हुई है वो तुहाडे की लगदा? मेरा नाम सिमरदीप सिंह है जी। जिन्हां दी मौत हुई है कैप्टन ਸਵਰਾਜ ਸਿੰਘ ਜੀ। ਉਹ ਸਾਡੇ ਬਚਪਨ ਤੋਂ ਸਾਡੇ ਨਾਲ ਸੀਗੇ, ਸਾਡਾ ਭਾਈਆਂ ਵਰਗਾ ਪਿਆਰ ਸੀਗਾ। ਈਵਨ ਕਿ ਮੇਰੇ ਨੇਬਰ 'ਚ ਹੀ ਰਹਿੰਦੇ ਆ। ਅਸੀਂ 15 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਸੀਗੇ ਜੀ। ਜੋ ਹਾਦਸਾ ਹੋਇਆ ਹੈ ਤੁਹਾਨੂੰ ਕਿਵੇਂ ਪਤਾ ਲੱਗਾ ਹੈ ਤੇ ਉਹਦੇ ਪਰਿਵਾਰ 'ਚ ਕੌਣ ਕੌਣ ਸੀ? ਉਸਦੇ ਪਰਿਵਾਰ 'ਚ ਉਸਦੇ ਮੰਮਾ ਪਾਪਾ ਨੇ, ਉਸਦਾ ਇੱਕ ਵੱਡਾ ਭਰਾ ਭਾਬੀ ਨੇ, ਉਸਦੀ ਆਪਣੀ ਵਾਈਫ ਹੈ ਤੇ ਇੱਕ ਉਸਦਾ 3 ਮਹੀਨੇ ਦਾ ਬੇਬੀ ਸੀਗਾ। ਮੌਤ ਦਾ ਪਤਾ ਮਤਲਬ ਇਸ ਤਰ੍ਹਾਂ ਲੱਗਾ ਕਿ ਜਦੋਂ ਰਾਂਚੀ ਤੋਂ ਫਲਾਈਟ ਉੱਡਣੀ ਸੀਗੀ ਤਾਂ ਉਹਨੇ ਆਪਣੇ ਪਰਿਵਾਰ ਨੂੰ फ़ोन ਕੀਤਾ ਸੀਗਾ ਕਿ ਅਸੀਂ ਦਿੱਲੀ ਪਹੁੰਚ ਕੇ ਤੁਹਾਨੂੰ ਕਾਲ ਕਰਾਂਗੇ। ਜਦੋਂ ਪਰਿਵਾਰ ਨੇ ਘੰਟੇ 2 ਘੰਟੇ ਬਾਅਦ फ़ोन ਕੀਤਾ ਤਾਂ फ़ोन ਨਹੀਂ ਲੱਗਾ ਉਸਦਾ। ਉਹਨਾਂ ਨੂੰ ਲੱਗਿਆ ਕਿ ਚਲੋ ਬੱਚਾ ਥੱਕ ਗਿਆ ਹੋਏਗਾ, ਸੌਂ ਗਿਆ ਹੋਏਗਾ। ਬਟ ਜਦੋਂ ਰਾਤ ਨੂੰ 11 ਕੁ ਵਜੇ ਉਹਨਾਂ ਨੇ ਨਿਊਜ਼ ਦੇਖੀ ਤਾਂ ਨਿਊਜ਼ ਆ ਰਹੀ ਸੀਗੀ ਕਿ ਰਾਂਚੀ ਤੋਂ ਦਿੱਲੀ ਜਾਂਦੇ ਹੋਏ ਪਲੇਨ ਕ੍ਰੈਸ਼ ਕੀਤਾ ਇੱਕ। ਉਹਨਾਂ ਨੂੰ ਫਿਰ ਹੋਇਆ ਕਿ ਸਾਡੇ ਬੇਟੇ ਦੀ ਵੀ ਸੇਮ ਫਲਾਈਟ ਸੀਗੀ। ਉਸ ਤੋਂ 2-3 ਮਿੰਟ ਬਾਅਦ ਹੀ ਉੱਥੇ ਕੈਪਟਨ ਦੇ ਨਾਮ ਆਉਣੇ ਸ਼ੁਰੂ ਹੋ ਗਏ ਕਿ ਜੋ ਵੀ ਪਾਇਲਟ ਸੀਗਾ ਉਸ 'ਚ ਉਹਨਾਂ ਦੇ ਬੇਟੇ ਦਾ ਨਾਂ ਲਿਖਿਆ ਸੀਗਾ ਕੈਪਟਨ ਸਵਰਾਜਦੀਪ ਸਿੰਘ। ਉਸ ਤੋਂ ਪਤਾ ਲੱਗਾ ਕਿ ਨਹੀਂ ਬੇਟਾ ਆਪਣਾ ਹੀ ਹੈ। ਉਸ ਤੋਂ ਬਾਅਦ ਕੰਪਨੀ ਵੱਲੋਂ ਵੀ ਇੱਕ ਮੇਲ ਆ ਗਈ ਉਹਨਾਂ ਨੂੰ ਰਾਤ ਨੂੰ 11-11:30 ਵਜੇ ਕਿ ਤੁਹਾਡੇ ਬੇਟੇ ਦੀ ਇਸ ਤਰ੍ਹਾਂ ਡੈਥ ਹੋ ਗਈ। ਨੇਚਰ ਵਾਈਜ਼ ਕਿਸ ਤਰ੍ਹਾਂ ਦੇ ਜਦੋਂ ਛੁੱਟੀ ਤੇ ਆਉਂਦੇ ਸੀ ਕਿਸ ਤਰ੍ਹਾਂ ਦਾ ਮਿਲਣ ਵਰਤਨ ਸਾਰਿਆਂ ਦੇ? ਨੇਚਰ ਵਾਈਜ਼ ਬਹੁਤ ਅੱਛੇ ਸੀਗੇ। ਜਿਵੇਂ ਮੈਂ ਲਾਸਟ ਇੰਟਰਵਿਊ ਦੱਸਿਆ ਕਿ ਸੈਟਰਡੇ ਆਏ ਸੀਗੇ, ਉਹ ਸੈਟਰਡੇ ਸਾਨੂੰ ਮਿਲ ਕੇ ਗਏ ਸਾਰਿਆਂ ਨੂੰ ਕਿ ਕਹਿੰਦੇ ਕਿ ਮੈਂ ਜਿਸ ਤਰ੍ਹਾਂ ਬਿਜ਼ੀ ਹਾਂ ਥੋੜ੍ਹਾ ਜਿਹਾ, ਮੇਰੀ ਮੰਡੇ ਨੂੰ ਫਲਾਈਟ ਹੈ ਤੇ ਮੈਂ ਤੁਹਾਨੂੰ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਜਦੋਂ ਵੀ ਛੁੱਟੀ 'ਤੇ ਆਵਾਂਗਾ ਫਿਰ ਅਸੀਂ ਬੈਠਾਂਗੇ। ਨੇਚਰ ਵਾਈਜ਼ ਬਹੁਤ ਵਧੀਆ ਸੀਗਾ, ਹਰ ਕਿਸੇ ਨਾਲ ਪਿਆਰ ਨਾਲ ਆਦਰ ਨਾਲ ਬੋਲਦੇ ਸੀ। ਕੀ ਤੁਹਾਨੂੰ ਲੱਗਦਾ ਕਿ ਜੇ ਫਲਾਈਟ 'ਚ ਕੋਈ ਪ੍ਰੋਬਲਮ ਸੀ ਉਡਾਨ ਨਹੀਂ ਸੀ ਭਰਨੀ ਚਾਹੀਦੀ? ਬਿਲਕੁਲ ਜੀ, ਬਿਲਕੁਲ। ਇਹ ਤਾਂ ਬਿਲਕੁਲ ਲੱਗਦਾ ਹੈ ਜੀ। ਜਿਵੇਂ ਤੁਸੀਂ ਹੁਣ ਦੇਖਿਆ ਕਿ ਲਾਸਟ 1 ਸਾਲ ਤੋਂ ਇੰਡੀਆ 'ਚ ਬਹੁਤ ਜ਼ਿਆਦਾ ਪਲੇਨ ਕ੍ਰੈਸ਼ ਹੋ ਰਹੇ ਆ, ਤਾਂ ਇਹਨਾਂ ਨੂੰ ਪਲੇਨ ਦੇ ਪ੍ਰੋਪਰ ਚੈੱਕਅਪ ਕਰਨੇ ਚਾਹੀਦੇ ਆ ਕਿ ਕਿਉਂ ਇੰਨੇ ਜ਼ਿਆਦਾ ਪਲੇਨ ਕ੍ਰੈਸ਼ ਹੋ ਰਹੇ ਆ, ਕੀ ਇਸ ਦਾ ਰੀਜ਼ਨ ਹੈ, ਕਿਉਂ ਬਾਰ-ਬਾਰ ਹਰ ਇੱਕ ਚੀਜ਼ ਇੰਡੀਆ 'ਚ ਹੀ ਹੋ ਰਹੀ ਆ। ਕਦੇ 에ਅਰ ਇੰਡੀਆ ਕ੍ਰੈਸ਼ ਕਰਦੀ ਆ, ਕਦੇ ਕੋਈ ਹੋਰ 에ਅਰਲਾਈਨ ਕ੍ਰੈਸ਼ ਕਰਦੀ ਆ। ਹੁਣ ਇੱਕ ਪ੍ਰਾਈਵੇਟ ਕੰਪਨੀ ਦਾ 에ਅਰਪਲੇਨ ਕ੍ਰੈਸ਼ ਕਰ ਗਿਆ ਆ। ਅਗਰ ਤੁਸੀਂ ਕਿਸੇ ਪ੍ਰਾਈਵੇਟ ਕੰਪਨੀ ਦਾ ਐਰੋਪਲੇਨ ਹਾਇਰ ਕਰਦੇ ਹੋ ਤਾਂ ਪ੍ਰੋਪਰ ਚੈੱਕਅਪ ਹੋਣਾ ਚਾਹੀਦਾ। ਪੈਸੇ ਦੇ ਕੇ ਮੌਤ ਤਾਂ ਕੋਈ ਨਹੀਂ ਖਰੀਦ ਰਿਹਾ। ਤੇ ਪਰਿਵਾਰ 'ਚ ਕੌਣ ਕੌਣ ਹੈ ਤੇ ਉਹਨਾਂ ਦਾ ਇਸ ਵੇਲੇ ਕੀ ਹਾਲਾਤ ਨੇ? ਪਰਿਵਾਰ ਦਾ ਹਾਲਾਤ ਜੀ ਦੇਖੋ, ਜਿਨ੍ਹਾਂ ਦਾ ਇੱਕ ਨੌਜਵਾਨ ਬੇਟਾ ਚਲਾ ਜਾਏ ਤੇ ਆਪਾਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ ਕਿ ਪਰਿਵਾਰ ਤਾਂ ਇਸ ਟਾਈਮ ਸਾਂਭਣ ਤੋਂ ਵੀ ਬਹੁਤ ਉੱਪਰ ਹੈ ਕਿ ਉਹਨਾਂ ਨੂੰ ਸਾਂਭ ਵੀ ਨਹੀਂ ਕੋਈ ਸਕਦਾ। ਕਿ ਉਹਨਾਂ ਦਾ 31 ਸਾਲ ਦਾ ਮੁੰਡਾ ਜਿਹੜਾ ਉਸ ਦੀ ਡੈਥ ਹੋ ਗਈ ਤਾਂ ਕਿਵੇਂ ਸਾਂਭ ਸਕਦੇ ਆ? ਸਭ ਤੋਂ ਔਖਾ ਉਸ ਦੀ ਵਾਈਫ ਤੇ ਉਸ ਦਾ 3 ਮਹੀਨੇ ਦਾ ਬੇਬੀ ਜਿਸ ਨੂੰ ਪਤਾ ਵੀ ਨਹੀਂ ਸੀਗਾ ਕਿ ਪਿਓ ਹਜੇ ਹੈ ਕੀ ਆ, ਤੇ ਉਸ ਦਾ ਪਹਿਲਾਂ ਹੀ ਪਿਓ ਦਾ ਸਾਇਆ ਉਸ ਦੇ ਉੱਤੋਂ ਚਲਾ ਗਿਆ। ਕਿੰਨੀ ਦੇਰ ਤੱਕ ਅੱਜ ਆ ਜਾਏਗੀ ਜਾਂ ਕੱਲ ਆਏਗੀ? ਇਸ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਜੀ। ਉਹ ਜਿਵੇਂ ਵੀ ਪਰਿਵਾਰ ਨਾਲ ਗੱਲ ਹੋ ਰਹੀ ਆ, ਉਹਨਾਂ ਦਾ ਚਲੋ फ़ोन ਵਗੈਰਾ ਉਹਨਾਂ ਕੋਲ ਅਟੈਂਡ ਨਹੀਂ ਹੋ ਰਹੇ। ਮਤਲਬ ਰਾਤ ਤੱਕ ਦਾ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਬੋਡੀ ਰਾਤ ਤੱਕ ਆ ਜਾਏਗੀ, ਬਟ ਹੁਣ ਜਿਵੇਂ ਕਹਿ ਰਿਹਾ ਕਿ ਸਵੇਰ ਤੱਕ ਆਏਗੀ ਤਾਂ ਉਹ ਦੇਖਦੇ ਆ ਕਿ ਕੀ ਬਣਦਾ। ਪਰਿਵਾਰਿਕ ਮੈਂਬਰ ਇੱਥੇ ਹੀ ਨੇ ਕਿ ਗਏ ਨੇ ਉੱਥੇ ਡੈਡ ਬੋਡੀ? ਨਹੀਂ, ਪਰਿਵਾਰਿਕ ਮੈਂਬਰ ਇੱਥੇ ਆ ਜੀ। ਉਹ ਕੰਪਨੀ ਵੱਲੋਂ ਉਹਨਾਂ ਨੇ ਕਿਹਾ ਗਿਆ ਕਿ ਬੋਡੀ ਅਸੀਂ ਖੁਦ ਭੇਜਾਂਗੇ। ठीक है रोल। अपना नाम दस। क्या नाम जी आपका? मैं इंद्रजीत सिंह पंडोरी, काउंसलर हूँ वार्ड नंबर 43 का। और मेरे हलके में आज मुझे मालूम पड़ा भी एक हादसा हुआ रांची में, तो उसमें मेरे इलाके का भी एक बच्चा था स्वराज, उसकी भी जी मृत्यु हो गई है, डेथ हो गई है। तो परिवार के साथ मिलने आए थे, अफसोस करने आए थे दुख की घड़ी में। और परिवार का बहुत बुरा हाल है। तो छोटे बच्चे हैं, कुछ साल 1.5-2 साल का बच्चा है, वाइफ है, बुजुर्ग माँ बाप है, रो के उनका बुरा हाल है। तो इस टाइम जो मेरा फ़र्ज बनता था अभी आप आए घर के साथ। और अभी डेड बॉडी जी है वो रांची में, अभी इधर दिल्ली पहुँची नहीं है अमृतसर में, तो अभी टाइम लगेगा थोड़ा। दुख घड़ी में परिवार के साथ दुख साझा करने आए थे। कितनी उम्र थी, कब शादी हुई उनकी? शादी तो अभी बता रहे हैं मतलब 31 साल की करीब उम्र थी। तो 2.5-3 साल मतलब पहले उसकी शादी हुई, बच्चा है छोटा, 1.5 साल, 1.25 साल, 1.5 साल के करीब बता रहे हैं। तो कब से ये ड्यूटी ज्वाइन की थी, कितने साल से? ये 12 से कोई पढ़ाई कर रहा था पहले, तो अब कोई 8-9 महीने से 8 महीने से पहले कोई जॉब पक्की मिली है रांची में। तो उधर 8 साल पहले तो वो ट्रेनिंग में था और पूरी तरह काबिल बना, पर जो परमात्मा के लिखा था उसका हादसा ऐसे लिखी थी, ज़मीन लिखी थी उसके पे जहाँ उसकी डेथ होनी है। तो बता रहे हैं 7 लोगों की उधर वहाँ मृत्यु हुई है, 7 लोगों की। आए दिन ऐसे हादसे हो रहे हैं इंडिया में, विमान हादसे, क्या कहना चाहेंगे सरकार से? सरकार को क्या है, सरकार को अपने मिलने की कोई इधर ध्यान हो तो तभी करे ना। सरकारें तो बस अपना पॉलिटिक्स कर रही हैं। ये नहीं है मतलब एक ही हादसे 2-3 महीने में कितने हादसे हो गए हैं। बड़े बड़े लीडर भी मरे हैं, बड़ा कुछ हुआ, सरकार के आदमी मरे हैं, और सरकारें इधर ध्यान नहीं देती। पर ख़ास करके सरकारों को इधर ध्यान देना चाहिए। जैसे परिवार एक उजड़ गया,
एक नहीं उजड़ा 7 परिवार उजड़ गए। सरकारों को भी चाहिए इन परिवारों के बाजू पकड़े, इनको मदद करें जितनी ज़्यादा ज़्यादा। मैं यहाँ सेंटर सरकार को बेनती करता हूँ, वहाँ पंजाब सरकार को बेनती करता हूँ, इनकी परिवार की ज़्यादा से ज़्यादा मदद करी जानी चाहिए।